ਕ੍ਰਿਮੀਨਲ ਕੇਸਿਸ ਦੇ ਵਿੱਚ ਜਿਹੜੇ ਪੋਲੀਟੀਸ਼ੀਅਨਸ ਜੇਲ੍ਹਾਂ ਕੱਟ ਕੇ ਆ ਰਹੇ ਨੇ ਹਨਾ, ਬੇਲਾਂ ਉੱਤੇ ਵਾਪਸ ਆ ਰਹੇ ਨੇ, ਡਰੱਗਸ ਦੇ ਕੇਸਾਂ ਦੇ ਵਿੱਚ ਬਾਹਰ ਆ ਰਹੇ ਨੇ, ਉਹਨਾਂ ਨੂੰ ਲੱਗ ਰਿਹਾ ਵੀ ਨਹੀਂ ਗੰਗਾ ਨਹਾਇਆ ਸੀ ਤਾਂ ਸਾਡੇ ਤਾਂ ਸਾਰੇ ਪਾਪ ਅਸੀਂ ਜੇਲ੍ਹਾਂ ਦੇ ਵਿੱਚ ਹੀ ਛੱਡਿਆ। ਸੋ ਇਹ ਸਾਡਾ ਦੁਕਾਨ ਦੀ ਹੈ। ਪਠਾਨ ਫਿਲਮ ਦੇ ਵਿੱਚ ਸ਼ਾਇਦ ਸ਼ਾਹਰੁਖ ਖਾਨ ਨੇ, ਮੈਂ ਦੇਖੀ ਨਹੀਂ ਫਿਲਮ, ਮਾਰੀ ਹੋਏਗੀ, ਲੇਕਿਨ ਐਂਟਰੀ ਐਵੇਂ ਹੁੰਦੀ ਹੈ, ਲੇਕਿਨ ਫਿਰ ਐਗਜ਼ਿਟ ਉਸ ਤੋਂ ਵੀ ਮਾੜਾ ਹੁੰਦਾ ਹੈ, ਕਿਉਂਕਿ ਐਂਟਰੀ ਮਾਰਨ ਤੋਂ ਬਾਅਦ ਤੁਹਾਨੂੰ ਪਰਫਾਰਮੈਂਸ ਦੇਣੀ ਪੈਂਦੀ ਹੈ। ਉਹ ਪਰਫਾਰਮੈਂਸ ਦੇਣ ਦੇ ਪੱਖੋਂ ਨਵਜੋਤ ਸਿੰਘ ਸਿੱਧੂ ਨੇ ਬਹੁਤ ਵਾਰ ਫੇਲ ਕੀਤਾ ਹੈ। ਹੁਣ ਨਵਜੋਤ ਸਿੰਘ ਸਿੱਧੂ ਇੱਕ ਰੋਡ ਰੇਜ ਦੇ ਮਾਮਲੇ ਦੇ ਵਿੱਚ ਸਜ਼ਾ ਭੁਗਤ ਕੇ ਆ ਰਹੇ ਨੇ, ਉਹ ਵੀ ਬਹੁਤ ਘੱਟ ਸਜ਼ਾ ਭੁਗਤ ਕੇ ਆ ਰਹੇ ਨੇ, ਲੇਕਿਨ ਹੁਣ ਉਹਨਾਂ ਦਾ ਵੀ ਸਵਾਗਤ ਲਈ ਦੁੱਲੋ ਸਾਹਿਬ ਕੱਲ ਕਹਿ ਰਹੇ ਸੀ ਜੀ ਲੱਖਾਂ ਬੰਦਾ ਇਕੱਠਾ ਹੋਇਆ ਸੀ। ਘੱਟ ਸਮਾਂ ਜੇਲ੍ਹ ਦੇ ਵਿੱਚ ਕੱਟ ਕੇ ਛੁੱਟ ਰਹੇ ਹੋ, ਨਹੀਂ ਤਾਂ ਇਸ ਕੇਸ ਦੇ ਵਿੱਚ ਸਜ਼ਾਵਾਂ ਜ਼ਿਆਦਾ ਬਣਦੀਆਂ ਸੀ। ਵਿਕਰਮ ਮਜੀਠੀਆ ਡਰੱਗਸ ਦੇ ਕੇਸ ਦੇ ਵਿੱਚੋਂ ਵਾਪਸ ਆਏ ਨੇ। ਤੁਸੀਂ ਦੇਖੋ ਕਿੱਡਾ ਵੱਡਾ ਲਾਮ ਲਸ਼ਕਰ ਲੈ ਕੇ ਪੂਰੇ ਪੰਜਾਬ ਦਾ ਯਾਤਰਾ ਉਹਨਾਂ ਨੇ ਦੇ ਛੱਡੀ। ਰਿਪਬਲਿਕ ਡੇ ਤੇ ਨਵਜੋਤ ਸਿੰਘ ਸਿੱਧੂ ਨੇ ਰਿਹਾ ਹੋਣਾ ਸੀ, ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸੀ, ਪਰ ਰਿਹਾ ਨਹੀਂ ਕੀਤੇ ਜਾਂਦੇ। ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਕੈਦੀ ਹੈ ਜਿਨ੍ਹਾਂ ਨੂੰ ਰਿਲੀਫ ਨਹੀਂ ਦਿੱਤਾ ਜਾਂਦਾ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦਾ ਇੱਕ ਧੜਾ, ਇੱਕ ਖੇਮਾ ਜਿਹੜਾ ਸਿੱਧੂ ਨੂੰ ਸਪੋਰਟ ਕਰਦਾ ਹੈ, ਉਹਨਾਂ ਨੇ ਸਰਕਾਰ ਦੇ ਉੱਤੇ ਸਵਾਲ ਚੱਕੇ ਨੇ। ਉਹਨਾਂ ਨੇ ਕਿਹਾ ਵੀ ਸਰਕਾਰ ਨੇ ਜੋ ਕੀਤਾ ਇਹ ਗਲਤ ਕੀਤਾ ਹੈ। ਉਹਨਾਂ ਨੇ ਸਧਾਰਨ ਬੰਦਿਆਂ ਦਾ ਵੀ ਹੱਕ ਮਾਰਿਆ ਤੇ ਜੋ ਸਿੱਧੂ ਦੀ ਰਾਈਟ ਹੈ ਉਸ ਨੂੰ ਵੀ ਉਲੰਘਣਾ ਕੀਤੀ ਹੈ, ਉਹਨਾਂ ਨੂੰ ਐਕਸਰਸਾਈਜ਼ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਅੱਜ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਸਾਰੀ ਤਿਆਰੀਆਂ ਕਰ ਲਈਆਂ ਗਈਆਂ ਸੀ। ਕਹਿ ਰਹੇ ਕਾਂਗਰਸਮੈਨ ਜਿਹੜਾ ਹੈਗੇ ਉਹ ਕਲੇਮ ਕਰ ਰਹੇ ਪੰਜਾਬ ਕਾਂਗਰਸ ਦੇ ਵੀ ਲੱਖਾਂ ਦੀ ਗਿਣਤੀ ਇਕੱਠ ਹੋਣਾ ਸੀ, ਪਰ ਸਰਕਾਰ ਨੇ ਜਾਣਬੁੱਝ ਕੇ ਰਿਹਾ ਨਹੀਂ ਕੀਤਾ। ਦੇਖੋ, ਇਹ ਰੂਟ ਪਲਾਨ ਜਿਹੜਾ ਸੀਗਾ ਨਵਜੋਤ ਸਿੰਘ ਸਿੱਧੂ ਦੇ ਟਵਿੱਟਰ ਦੇ ਉੱਤੇ, ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰਤਾ ਗਿਆ ਸੀਗਾ। ਤਾਂ ਇਸ ਬਾਰੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਖੇਮਾ ਸੀ, ਉਹਨਾਂ ਦੇ ਸਪੋਰਟਰ ਸੀ, ਉਹਨਾਂ ਦੇ ਮੀਡੀਆ ਸਲਾਹਕਾਰ ਸੀ, ਉਹ ਬੜੇ ਕੌਨਫੀਡੈਂਟ ਸੀ ਕਿ 26 ਜਨਵਰੀ ਨੂੰ ਰਿਹਾਈ ਹੋ ਜਾਏਗੀ, ਇਹਦੇ ਵਿੱਚ ਕੋਈ ਦਿੱਕਤ ਨਹੀਂ ਹੋਏਗੀ। ਲੇਕਿਨ ਜਦੋਂ ਇਹ ਨਹੀਂ ਹੁੰਦਾ ਤਾਂ ਉਹ ਜਿਹੜੀ ਪ੍ਰੈਸ ਕਾਨਫਰੰਸ ਜੋ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਐਡਰੈਸ ਕਰਨਗੇ, ਉਹ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਐਡਰੈਸ ਕਰਨੀ ਪਈ। ਤੇ ਪੰਜਾਬ ਕਾਂਗਰਸ ਦੇ ਵੀ ਜ਼ਿਆਦਾਤਰ ਉਸ ਦੇ ਵਿੱਚ ਸਾਬਕਾ ਜਿਹੜੇ ਲੀਡਰ ਸਨ, ਯਾਨੀ ਕਿ ਸਾਬਕਾ ਅਹੁਦੇਦਾਰ ਸਨ। ਸ਼ਮਸ਼ੇਰ ਸਿੰਘ ਦੁੱਲੋ ਤੇ ਮਹਿੰਦਰ ਸਿੰਘ ਕੇਪੀ ਦੋਵੇਂ ਸਾਬਕਾ ਵਰਕਿੰਗ ਪ੍ਰੈਜ਼ੀਡੈਂਟ ਰਹੇ ਨੇ ਅਲੱਗ-ਅਲੱਗ ਸਮਿਆਂ ਦੌਰਾਨ। ਫੁੱਲ ਫਲੈਜਡ ਪ੍ਰੈਜ਼ੀਡੈਂਟ ਇਹਨਾਂ ਚੋਂ ਕੋਈ ਵੀ ਕਾਂਗਰਸ ਦਾ ਨਹੀਂ ਰਿਹਾ, ਲੇਕਿਨ ਵਰਕਿੰਗ ਪ੍ਰਧਾਨ ਲਾਇਆ ਗਿਆ ਸੀ ਸ਼ਮਸ਼ੇਰ ਸਿੰਘ ਦੁੱਲੋ ਨੂੰ ਤੇ ਮਹਿੰਦਰ ਸਿੰਘ ਕੇਪੀ ਨੂੰ, ਅਲੱਗ-ਅਲੱਗ 2 ਟਰਮਸ ਦੇ ਵਿੱਚ। ਸੋ ਇਹ ਹੁੰਦੇ ਨੇ ਅਸ਼ਵਨੀ ਸੇਖੜੀ ਵਰਗੇ ਲੀਡਰ ਹੁੰਦੇ ਨੇ, ਕੁਝ ਹੋਰ ਕਾਂਗਰਸ ਦੇ ਲੀਡਰ ਹੁੰਦੇ ਨੇ। ਸੋ ਉਹਨਾਂ ਵੱਲੋਂ ਇਹ ਚੀਜ਼ ਦਾ ਇਤਰਾਜ਼ ਤੇ ਇਸ ਚੀਜ਼ ਉੱਤੇ ਆਬਜੈਕਸ਼ਨ ਕੀਤਾ ਗਿਆ ਵੀ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ, ਇਹ ਮਹਿੰਗਾ ਪੈ ਸਕਦਾ ਹੈ। ਇਸ ਤਰੀਕੇ ਦੀ ਜੋ ਵੀ ਫਰਸਟ੍ਰੇਸ਼ਨ ਸੀ ਕਾਂਗਰਸ ਦੇ ਲੀਡਰਾਂ ਦੀ, ਇਹਨਾਂ ਲੀਡਰਾਂ ਦੀ ਜੋ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਨੇ, ਕਿਉਂਕਿ ਇਸ ਬਾਰੇ ਕੋਈ ਹੋਰ ਵੱਡੇ ਬਿਆਨ ਕਾਂਗਰਸ ਦੀ ਲੀਡਰਸ਼ਿਪ ਤੋਂ ਨਹੀਂ ਆ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਨਹੀਂ ਛੱਡਿਆ ਗਿਆ ਜਾਂ ਕਿਉਂ ਛੱਡਿਆ ਜਾ ਰਿਹਾ। ਇਹ ਸਾਰੀਆਂ ਗੱਲਾਂ ਬਾਤਾਂ, ਕਿਉਂਕਿ ਇੱਕ ਸਿਸਟਮ ਹੈ, ਇੱਕ ਪ੍ਰੋਟੋਕਾਲ ਹੈ, ਉਹਦੇ ਵਿੱਚ ਕਈ ਲਾਸਟ ਮਿੰਟ ਤੇ ਗਲਿਚਸ ਰਹਿ ਜਾਂਦੇ ਨੇ। ਲੇਕਿਨ ਇਹ ਉਹਨਾਂ ਦਾ ਰਿਹਾ ਨਾ ਹੋਣਾ ਇਸ ਪੱਖੋਂ ਜ਼ਰੂਰ ਇੰਪੋਰਟੈਂਟ ਮੰਨਿਆ ਜਾ ਰਿਹਾ, ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਭਾਰਤ ਜੋੜੋ ਯਾਤਰਾ ਦਾ ਜਿਹੜਾ ਪੜਾਅ ਹੈ ਉਸ ਦਾ ਜਿਹੜਾ ਕਲੋਜ਼ਿੰਗ ਹੈ, ਉਸ ਮੌਕੇ ਉੱਤੇ ਨਵਜੋਤ ਸਿੰਘ ਸਿੱਧੂ ਮੰਚ ਤੇ ਰਹਿ ਸਕਦੇ ਨੇ। ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ ਦਾ ਵੀ ਕਾਂਗਰਸ ਦੀ ਹਾਈਕਮਾਨ ਦਾ ਇਰਾਦਾ ਹੋ ਸਕਦਾ ਹੈ। ਸੋ ਹੁਣ ਉਸ ਦੇ ਵਿੱਚ ਕਿੰਨਾ ਖਲਲ ਪਏਗਾ ਤੇ ਕੀ ਉਹਨਾਂ ਨੂੰ ਹੁਣ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਛੇਤੀ ਛੱਡਿਆ ਜਾਣਾ ਜੋ ਚਾਹਣਾ ਤਾਂ ਚਾਹੀਦਾ ਸੀਗਾ 26 ਜਨਵਰੀ ਨੂੰ, ਇਹ ਚੀਜ਼ ਲਗਭਗ ਤੈਅ ਮੰਨੀ ਜਾ ਰਹੀ ਸੀ, ਲੇਕਿਨ ਜੇ ਨਹੀਂ ਹੋ ਪਾਇਆ ਤਾਂ ਫਿਰ ਹੁਣ ਕਦੋਂ ਛੱਡਿਆ ਜਾਏਗਾ। ਇਸ ਦੇ ਨਾਲ ਇੱਕ ਹੋਰ ਚੀਜ਼ ਬੜੀ ਵੱਡੀ ਜਿਹੜੀ ਸਾਫ਼ ਹੋ ਰਹੀ ਹੈ, ਜਿਸ ਤਰੀਕੇ ਦੇ ਨਾਲ ਇਹ ਲੀਡਰ ਇਕੱਠੇ ਹੋਏ, ਇਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਗੱਲ ਕੀਤੀ। ਗੱਲ ਤਾਂ ਪੂਰੀ ਕਾਂਗਰਸ ਨੂੰ ਕਰਨੀ ਚਾਹੀਦੀ ਸੀ, ਲੇਕਿਨ ਇਹਨਾਂ ਲੀਡਰਾਂ ਵੱਲੋਂ ਇੱਕ ਹੋਰ ਵੀ ਇਸ਼ਾਰਾ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਇੱਕ ਬੜਾ ਵੱਡਾ ਕਾਂਗਰਸ ਦੇ ਵਿੱਚ ਲੀਡਰਾਂ ਦੇ ਵਿੱਚ ਖੇਮਾ ਜੋ ਬਰਕਰਾਰ ਹੈ। ਸੋ ਹਾਲਾਂਕਿ ਸ਼ਮਸ਼ੇਰ ਸਿੰਘ ਸਿੱਧੂ ਜਾਂ ਮਹਿੰਦਰ ਸਿੰਘ ਕੇਪੀ ਵਰਗੀ ਉਹ ਲੀਡਰ ਨੇ ਜੋ ਕਿ ਆਪਣੀ ਪਾਰਟੀ ਤੋਂ ਪਹਿਲਾਂ ਵੀ ਡਿਸਗਰੰਟਡ ਚੱਲਦੇ ਰਹੇ ਨੇ, ਹਾਲਾਂਕਿ ਹੈਗੇ ਨੇ ਕਾਂਗਰਸ ਦੇ ਵਿੱਚ, ਲੇਕਿਨ ਮਹਿੰਦਰ ਸਿੰਘ ਕੇਪੀ ਵੀ ਤੇ ਕਿਸੇ ਸਮੇਂ ਸ਼ਮਸ਼ੇਰ ਸਿੰਘ ਦੁੱਲੋ ਵੀ ਆਪਣੀ ਪਾਰਟੀ ਦੇ ਮੁੱਖ ਮੰਤਰੀਆਂ ਦੇ ਖਿਲਾਫ ਜਾਂ ਸਮੇਂ-ਸਮੇਂ ਦੇ ਕਈ ਵਾਰ ਇਹਨਾਂ ਨੇ ਪ੍ਰਧਾਨਾਂ ਦੇ ਖਿਲਾਫ ਵੀ ਗੱਲਬਾਤ ਕੀਤੀ ਹੈ। ਸੋ ਇਹ ਉਹ ਡਿਸਗਰੰਟਲ ਧੜਾ ਹੈ ਜਿਵੇਂ ਕਿ ਹੁਣ ਕੁਛ ਹੱਦ ਤੱਕ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਨੇ। ਸੋ ਸਾਰੇ ਇੱਕੋ ਜਿਹੀ ਲੀਗ ਦੇ ਲੀਡਰ ਨਜ਼ਰ ਆ ਰਹੇ ਨੇ। ਈਵਨ ਅਸ਼ਵਨੀ ਸੇਖੜੀ ਤੁਸੀਂ ਵੇਖਿਆ ਵੀ ਉਹਨਾਂ ਦੇ ਵੀ ਜਿਹੜਾ ਮੋਰਚਾ ਤ੍ਰਿਪਤ ਰਜਿੰਦਰ ਬਾਜਵੇ ਦੇ ਖਿਲਾਫ ਬਹੁਤ ਲੰਮਾ ਸਮਾਂ ਖੋਲ ਕੇ ਰੱਖਿਆ ਹੈ। ਸੋ ਇੰਝ ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਅੰਦਰ, ਪੰਜਾਬ ਕਾਂਗਰਸ ਦੇ ਅੰਦਰ ਜਿਹੜੇ ਅਸੰਤੁਸ਼ਟ ਲੀਡਰ ਰਹੇ ਨੇ, ਜੋ ਕਿ ਇਹ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਨਾਲ ਸਹੀ ਨਹੀਂ ਹੋਇਆ, ਜਾਂ ਫਿਰ ਕਹਿ ਲਏ ਕਿ ਸਿਸਟਮ ਦੇ ਹਿਸਾਬ ਨਾਲ ਹਾਈਕਮਾਨ ਉਹਨਾਂ ਦੇ ਮੁਤਾਬਕ ਨਹੀਂ ਫੈਸਲੇ ਲੈ ਪਾਈ, ਉਹ ਅੱਜ ਨਵਜੋਤ ਸਿੰਘ ਸਿੱਧੂ ਦੇ ਨਾਲ ਲਾਮਬੰਦ ਹੋ ਰਹੇ ਨੇ। ਇਹ ਇੱਕ ਬੜਾ ਵੱਡਾ ਰੁਝਾਨ ਜਿਹੜਾ ਹੈ ਇਸ ਘਟਨਾ ਚੱਕਰ ਚੋਂ ਨਿਕਲਿਆ ਹੈ। ਨਵਜੋਤ ਸਿੰਘ ਸਿੱਧੂ ਨੇ ਰਿਹਾ ਤਾਂ ਹੋ ਹੀ ਜਾਣਾ ਹੈ, ਦੇਰ ਸਵੇਰ ਰਿਹਾ ਹੋਣਾ ਹੈ, ਲੇਕਿਨ ਉਹਦੀ ਟਾਈਮਿੰਗ ਇੰਪੋਰਟੈਂਟ ਇਸ ਵਾਸਤੇ ਸੀ ਕਿਉਂਕਿ ਭਾਰਤ ਜੋੜੋ ਯਾਤਰਾ ਦਾ ਸਮਾਪਨ ਹੈ, ਅੰਤ ਹੈ। ਸੋ ਉਸ ਮੌਕੇ ਉੱਤੇ ਉਹ ਮੌਜੂਦ ਨਹੀਂ ਰਹਿ ਪਾਉਣਗੇ। ਜੀ
ਤੇ ਜੀ ਇਹਦੇ ਪਿੱਛੇ ਪੋਲੀਟੀਕਲ ਥਾਟ ਕੀ ਹੋ ਸਕਦੀ ਹੈ ਵੀ ਰਿਹਾ ਨਾ ਕੀਤਾ ਜਾਵੇ? ਜੇ ਸਰਕਾਰ ਕੋਲੇ ਅਧਿਕਾਰ ਹੈ, ਪਾਵਰ ਹੈਗੀ ਹੈ, ਹੋਰ ਵੀ ਸੂਬੇ ਸਰਕਾਰਾਂ ਕਰ ਰਹੀਆਂ ਨੇ। ਹਰਿਆਣਾ ਦੇ 90 ਦਿਨ ਦੀ ਜਿਹੜੀ ਸੈਂਟੈਂਸ ਆ ਉਹ ਮਾਫ ਕੀਤੀ ਹੈ, ਉਹਦੇ ਵਿੱਚ ਡੇਰੇ ਸਾਧ ਦੀ ਵੀ ਹੋਈ ਹੈ, ਰਾਮ ਰਹੀਮ ਦੀ ਵੀ ਮਾਫ ਕੀਤੀ ਗਈ, ਹਾਲਾਂਕਿ ਕਨਵਿਕਟਡ ਇਨ ਰੇਪ ਤੇ ਕਤਲ ਦੇ ਕੇਸਿਸ। ਤਾਂ ਸਧਾਰਨ ਕੈਦੀ ਵੀ ਜੂਝ ਰਹੇ ਨੇ ਕਿ ਉਹਨਾਂ ਦਾ ਵੀ ਹੱਕ ਮਾਰੇ ਗਏ ਕਿਉਂਕਿ ਉਹ ਸਿੱਧੂ ਉਹਦੇ ਵਿੱਚ ਸੀਗਾ। ਇਹਦੇ ਪਿੱਛੇ ਕਾਰਨ ਕੀ ਹੋ ਸਕਦਾ? ਦੇਖੋ ਜੀ, ਜਿੱਥੇ ਤੱਕ ਕੈਦੀਆਂ ਦੀ ਗੱਲ ਹੈ, ਹੱਕ ਦੀ ਵਾਲੀ ਕੋਈ ਗੱਲ ਨਹੀਂ ਹੁੰਦੀ ਇਹਦੇ ਚ। ਕੈਦੀਆਂ ਦੇ ਸਜ਼ਾਵਾਂ ਮਿਲੀਆਂ ਹੋਈਆਂ ਨੇ, ਸਾਰੇ ਸਜ਼ਾ ਯਾਫਤਾ ਮੁਜਰਿਮ ਹੈਗੇ ਨੇ। ਇਹ ਕੋਈ ਅਦਾਲਤਾਂ ਦੇ ਵਿੱਚ ਮੁਕੱਦਮੇ ਨਹੀਂ ਚੱਲ ਰਹੇ ਕਿ ਕਿਸੇ ਦੀਆਂ ਬੇਲਾਂ ਡਿਨਾਈ ਕੀਤੀਆਂ ਜਾ ਰਹੀਆਂ ਨੇ। ਇਹ ਸਾਰੇ ਦੇ ਸਾਰੇ ਦੇ ਹੈਵ ਬੀਨ ਕਨਵਿਕਟਡ ਬਾਈ ਦ ਕੋਰਟ ਆਫ ਲਾਅ, ਜਿਹੜੇ ਅੰਦਰ ਬੈਠੇ ਨੇ, ਬਾਹਰ ਬੈਠੇ ਨੇ। ਹੁਣ ਤੁਸੀਂ ਜੇ ਜੇਲ੍ਹ ਮੈਨੂਅਲ ਤੇ ਜੇਲ੍ਹ ਪ੍ਰੋਟੋਕਾਲ ਨੂੰ ਆਪਾਂ ਸਮਝਦੇ ਹਾਂ ਨਾ, ਰੂਲਸ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦੇ ਵਿੱਚ ਹੁੰਦਾ ਇਹ ਹੈ ਕਿ ਜਿੰਨੀ ਵੀ ਤੁਹਾਨੂੰ ਸਜ਼ਾ ਮਿਲਦੀ ਹੈ ਉਸਦਾ ਇੱਕ ਬੜਾ ਵੱਡਾ ਸਬਸਟੈਂਸ਼ੀਅਲ ਹਿੱਸਾ, ਲਗਭਗ 25% ਤੋਂ ਲੈ ਕੇ ਕਈ ਵਾਰ 40% ਜਿਹੜਾ ਹਿੱਸਾ ਹੈ, ਯਾਨੀ ਕਿ ਮੰਨ ਲਓ ਤੁਹਾਨੂੰ 10 ਸਾਲ ਦੀ ਕਿਸੇ ਨੂੰ ਸਜ਼ਾ ਹੋ ਗਈ, ਸੋ 10 ਸਾਲ ਚ ਉਹਨੇ ਐਗਜ਼ੈਕਟਲੀ ਜਿਹੜੀ ਅਸਲ ਦੇ ਵਿੱਚ ਸਜ਼ਾ ਭੁਗਤਣੀ ਹੁੰਦੀ ਹੈ, ਉਹ 6.5 ਸਾਲ ਰਹਿ ਜਾਂਦੀ ਹੈ। ਉਹਦੇ ਵਿੱਚ ਕਈ ਕਿਸਮ ਦੀਆਂ ਮਾਫੀਆਂ ਹੁੰਦੀਆਂ ਨੇ, ਆਮ ਮਾਫੀਆਂ ਦਿੱਤੀਆਂ ਜਾਂਦੀਆਂ ਨੇ, ਰਿਪਬਲਿਕ ਡੇ ਦੇ, ਗਣਤੰਤਰ ਦਿਹਾੜੇ ਮੌਕੇ, ਸੁਤੰਤਰਤਾ ਦਿਹਾੜੇ ਮੌਕੇ। ਇੱਕ ਰਾਣੀ ਝਾਂਸੀ ਦੀ ਅਲੱਗ ਵੇਵਰ ਹੁੰਦਾ ਹੈ ਜਿਹੜਾ ਕਿ ਮਿਲਦਾ ਹੈ। ਫਿਰ ਕਈ ਜੇਲ੍ਹਾਂ ਦੇ ਵਿੱਚ ਜਿੱਥੇ ਮੁਸ਼ੱਕਤ ਜ਼ਿਆਦਾ ਹੁੰਦੀ ਹੈ, ਜਿੱਥੇ ਲੇਬਰ ਕਰਨੀ ਪੈਂਦੀ, ਜਿਵੇਂ ਮਿਸਾਲ ਦੇ ਤੌਰ ਤੇ ਇੱਕ ਨਾਭੇ ਦੀ ਜੇਲ੍ਹ ਹੈ, ਜਿੱਥੇ ਕਿ ਉੱਥੇ ਤੁਹਾਨੂੰ ਖੇਤੀਬਾੜੀ ਦਾ ਜਾਂ ਹੋਰ ਕਈ ਲੇਬਰ ਦੇ ਕੰਮ ਕਰਨੇ ਪੈਂਦੇ ਨੇ। ਸੋ ਉਸ ਲੇਬਰ ਨੂੰ ਵੀ ਉਸ ਐਗਜ਼ੈਂਪਸ਼ਨ ਦੇ ਪੁਆਇੰਟ ਆਫ ਵਿਊ ਨਾਲ ਕਾਊਂਟ ਕੀਤਾ ਜਾਂਦਾ ਹੈ। ਸੋ ਬੜੇ ਪੈਰਾਮੀਟਰਸ ਹੁੰਦੇ ਨੇ। ਇਸ ਤੋਂ ਇਲਾਵਾ ਜਿਹੜੇ ਤੁਹਾਡੇ ਜੇਲ੍ਹ ਸੁਪਰਡੈਂਡੈਂਟ ਜਾਂ ਜੇਲ੍ਹ ਵਾਰਡਨ ਹੁੰਦੇ ਨੇ, ਉਹਨਾਂ ਦੀ ਜਿਹੜੀ ਰਿਪੋਰਟ ਹੁੰਦੀ ਹੈ ਵੀ ਤੁਹਾਡਾ ਜੇ ਵਿਵਹਾਰ ਚੰਗਾ ਰਿਹਾ, ਤੁਹਾਡਾ ਕੰਡਕਟ ਅੱਛਾ ਰਿਹਾ ਹੈ। ਜੇਲ੍ਹ ਦੇ ਜਿਹੜੇ ਮਹਿਕਮੇ ਦੇ ਅਧਿਕਾਰੀ ਹੁੰਦੇ ਨੇ, ADGP ਪ੍ਰਿਜ਼ਨਸ ਹੁੰਦੇ ਨੇ, ਈਵਨ ਸਟੇਟ ਗਵਰਨਮੈਂਟ ਕੋਲ ਵੀ ਸਮੇਂ-ਸਮੇਂ ਉੱਤੇ ਇਹ ਜਿਹੜੀਆਂ ਹੈਗੀਆਂ ਨੇ ਤਾਕਤਾਂ ਹੁੰਦੀਆਂ ਨੇ, ਸ਼ਕਤੀਆਂ ਹੁੰਦੀਆਂ ਨੇ। ਹੁਣੀ ਪਿੱਛੇ ਖਬਰ ਵੀ ਆਈ ਸੀ, ਆਈ ਥਿੰਕ ਦੋ ਦਿਨ ਪਹਿਲਾਂ ਵੀ, 26 ਜਨਵਰੀ ਦੇ ਮੌਕੇ ਤੇ ਕਈ ਲੋਕਾਂ ਦੀ ਜਿਹੜੀ ਸਜ਼ਾ ਦੀ ਮਾਫੀ ਦਾ ਐਲਾਨ ਹਰਿਆਣਾ ਸਰਕਾਰ ਵਿੱਚ ਕੀਤਾ ਗਿਆ, ਤੇ ਇਹ ਖਬਰ ਚੱਲੀ ਕਿ 90 ਦਿਨ ਦੀ ਜਿਹੜੀ ਸਜ਼ਾ ਹੈ ਉਹ ਗੁਰਮੀਤ ਰਾਮ ਰਹੀਮ ਦੀ ਵੀ ਮਾਫ ਹੋ ਗਈ ਹੈ। ਸੋ 90 ਦਿਨ ਦੀ ਐਗਜ਼ੈਂਪਸ਼ਨ ਉਹ ਹੋ ਜਾਂਦੀ ਹੈ। ਸੋ ਜਦੋਂ ਓਵਰਆਲ ਪੂਰੀ ਦੀ ਪੂਰੀ ਜੇਲ੍ਹ ਦੀ ਟਰਮ ਜਾਂ ਟੈਨਿਓਰ, ਜਿਸ ਦੌਰਾਨ ਤੁਸੀਂ ਆਪਣਾ ਸੈਂਟੈਂਸ ਭੁਗਤ ਰਹੇ ਹੁੰਦੇ ਹੋ ਕੋਰਟ ਦੇ ਜੇਲ੍ਹ ਦੇ ਵਿੱਚ, ਉਸ ਵਕਤ ਉਹ ਜਿਹੜੀਆਂ ਐਗਜ਼ੈਂਪਸ਼ਨਸ ਕੈਲਕੂਲੇਟ ਹੋ ਕੇ ਸਜ਼ਾ ਘਟ ਜਾਂਦੀ ਹੈ। ਇਹੀ ਕਾਰਨ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜਿੰਨੀ ਸਜ਼ਾ ਮਿਲੀ ਉਸ ਤੋਂ ਕਈ ਮਹੀਨੇ ਪਹਿਲਾਂ ਉਹ ਰਿਹਾ ਹੋ ਰਹੇ ਨੇ, ਤੇ ਉਹਨਾਂ ਨੇ ਆਪਣੀ ਸਜ਼ਾ ਕੱਟ ਲਈ ਹੈ। ਹੁਣ ਇਹ 19-21 ਦਾ ਹੀ ਫਰਕ ਹੈ। ਲੇਕਿਨ ਤੁਸੀਂ ਜੇਲ੍ਹਾਂ ਵਿੱਚ ਬੈਠ ਕੇ ਤੁਸੀਂ ਕ੍ਰਾਈਮ ਕਰਕੇ ਉੱਥੇ ਗਏ ਹੋ, ਤੁਸੀਂ ਆਪਣੀ ਸਜ਼ਾ ਭੁਗਤੀ ਹੈ, ਉਸ ਤੋਂ ਬਾਅਦ ਤੁਸੀਂ ਕਹੋ ਜੀ ਕਿ ਨਹੀਂ, ਮੈਨੂੰ ਇਸ ਦਿਨ ਨੂੰ ਛੱਡਿਆ ਜਾਣਾ ਚਾਹੀਦਾ ਸੀ ਕਿਉਂਕਿ ਇਸ ਦਿਨ ਮੇਰੀ ਪਾਰਟੀ ਨੇ ਇੱਕ ਵੱਡੀ ਰੈਲੀ ਰੱਖੀ ਹੋਈ ਸੀ, ਜਾਂ ਬਾਹਰ ਲੀਡਰ ਇਸ ਚੀਜ਼ ਦੀ ਹਮਾਇਤ ਕਰਨ ਜੀ ਕਿ ਸਾਡੇ ਲੀਡਰ ਨੂੰ ਸਿਆਸੀ ਤੌਰ ਤੇ ਤੰਗ ਕਰਨ ਲਈ ਸਭ ਕੁਝ ਕੀਤਾ ਗਿਆ, ਜਾਂ ਉਹਨਾਂ ਦੇ ਸਿਆਸੀ ਜਿਹੜੇ ਪ੍ਰੋਗਰਾਮ ਸੀ ਉਹਨਾਂ ਦੇ ਵਿੱਚ ਵਿਘਨ ਪਾਇਆ ਗਿਆ। ਇਹ ਤਾਂ ਕੋਈ ਵੈਲਿਡ ਜਸਟੀਫਾਈਡ ਡਿਮਾਂਡ ਨਹੀਂ। ਆਲਰੇਡੀ ਤੁਸੀਂ, ਜੇ ਤੁਹਾਨੂੰ 1 ਸਾਲ ਦੀ ਸਜ਼ਾ ਮਿਲੀ ਸੀ, ਤੁਸੀਂ ਆਲਰੇਡੀ 1 ਸਾਲ ਪੂਰਾ ਨਹੀਂ ਕੱਟਿਆ ਕਿਉਂਕਿ ਤੁਹਾਨੂੰ ਬਹੁਤ ਵੇਵਰ ਮਿਲ ਗਏ। ਤਾਂ ਉਹ ਵੇਵਰ ਵੀ ਤਾਂ ਸਰਕਾਰਾਂ ਨੇ ਦਿੱਤੇ ਨੇ। ਅੱਜ ਸਰਕਾਰਾਂ 1 ਦਿਨ, 2 ਦਿਨ, 4 ਦਿਨ, ਹਫ਼ਤਾ ਰੋਕ ਰਹੀਆਂ ਨੇ, ਜਾਂ ਉਹਨਾਂ ਦਾ ਚਲੋ ਮੰਨ ਲਓ ਇਹਦੇ ਪਿੱਛੇ ਕੋਈ ਸਿਆਸੀ ਮਫਾਦ ਵੀ ਹੋ ਸਕਦਾ, ਉਹਦੇ 'ਚ ਕੋਈ ਵੱਡੀ ਦੋਰਾਵਾ ਨਹੀਂ ਹੈ। ਲੇਕਿਨ ਤੁਸੀਂ ਸਜ਼ਾ ਭੁਗਤ ਕੇ ਆ ਰਹੇ ਹੋ, ਤੁਸੀਂ ਕਿਹੜਾ ਉੱਥੇ ਕੋਈ ਕਿਲ੍ਹਾ ਫਤਿਹ ਕਰਕੇ ਆ ਰਹੇ ਹੋ। ਯੂ ਆਰ ਫਾਈਨਲੀ ਯੂ ਹੈਡ ਬੀਨ ਕਨਵਿਕਟਡ। ਤੇ ਤੁਸੀਂ ਇਹ ਦੇਖੋ ਵੀ ਉਹ ਜਿਹੜੇ ਜਿਸ ਕੇਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਿਰਫ 1 ਸਾਲ ਦੀ ਸਜ਼ਾ ਭੁਗਤ ਕੇ ਆ ਰਹੇ ਨੇ, ਉਹ ਕਿੱਡਾ ਵੱਡਾ ਕੇਸ ਸੀਗਾ। ਉਹਦੀ ਹਲੇ ਅਸਲ ਡਾਇਮੈਂਸ਼ਨ ਤੇ ਗੰਭੀਰਤਾ ਨੂੰ ਕਿਸੇ ਨੇ ਸਟੱਡੀ ਐਗਜ਼ਾਮਿਨ ਕੀਤਾ ਹੀ ਨਹੀਂ। ਕਿੰਨੇ ਸਾਲ ਉਹ ਜਿਹੜੇ ਸਬੂਤ ਸੀ, ਉਹ ਜਿਹੜਾ ਪੂਰਾ ਦਾ ਪੂਰਾ ਐਵੀਡੈਂਸ ਸੀ, ਉਸਨੂੰ ਕੇਸ ਦੇ ਸ਼ੁਰੂਆਤੀ 4, 5, 8 ਸਾਲਾਂ 'ਚ ਕਿਵੇਂ ਮੈਨੀਪੂਲੇਟ ਕੀਤਾ ਗਿਆ, ਉਸ ਤੋਂ ਬਾਅਦ ਕੇਸ ਨੂੰ ਤੋੜਿਆ ਕਿਵੇਂ ਗਿਆ। ਤੁਸੀਂ ਜਾ ਕੇ ਟੀਵੀ ਇੰਟਰਵਿਊਆਂ ਦੇ ਵਿੱਚ ਮੰਨਦੇ ਰਹੇ, ਤੇ ਅਦਾਲਤਾਂ ਦੇ ਵਿੱਚ ਤੁਹਾਡਾ ਵਤੀਰਾ ਅਲੱਗ ਸੀ। ਜਦ ਤੱਕ ਯੂ ਵਰ ਇਨ ਦਾ ਗੁੱਡ ਬੁੱਕਸ ਆਫ ਭਾਰਤੀ ਜਨਤਾ ਪਾਰਟੀ, ਅਰੁਣ ਜੇਟਲੀ ਵਰਗੇ ਲੀਡਰ ਤੁਹਾਡੇ ਲਈ ਵਕੀਲ ਬਣ ਕੇ ਅਦਾਲਤਾਂ ਵਿੱਚ ਪੇਸ਼ ਹੁੰਦੇ ਰਹੇ, ਸਤਪਾਲ ਜੈਨ ਵਰਗੇ, ਤਾਂ ਤੁਹਾਡੀਆਂ ਸਜ਼ਾਵਾਂ ਮਾਫ ਹੁੰਦੀਆਂ ਰਹੀਆਂ। ਲੇਕਿਨ ਜਦੋਂ ਸਮੇਂ ਦਾ ਗੇੜ ਘੁੰਮਿਆ, ਤੁਹਾਨੂੰ ਉਸ ਕੇਸ ਦੇ ਵਿੱਚ ਸਜ਼ਾ ਹੋ ਜਾਂਦੀ ਹੈ। ਕਿੰਨਾ ਕ੍ਰਿਟੀਕਲ ਐਵੀਡੈਂਸ ਉਸ ਕੇਸ ਦੇ ਵਿੱਚ ਜਿਹੜਾ ਸੀਗਾ, ਉਸ ਨੂੰ ਵੀ ਮੈਨੀਪੂਲੇਟ ਕੀਤਾ ਗਿਆ ਸਟਾਰਟਿੰਗ ਸਟੇਜ ਦੇ ਉੱਤੇ। ਸੋ ਉਹ ਜੇ ਸਾਰੀ ਚੀਜ਼ਾਂ ਨੂੰ ਆਪਾਂ ਕੈਲਕੂਲੇਟ ਕਰੀਏ ਤਾਂ ਇਹ ਤਾਂ ਕੁਝ ਸਜ਼ਾ ਹੀ ਨਹੀਂ ਮਿਲੀ। 1 ਸਾਲ ਦੀ ਸਜ਼ਾ ਮੇਰੇ ਹਿਸਾਬ ਨਾਲ ਬਹੁਤ ਘੱਟ ਸੀ। ਨੈਵਰਦਲੈਸ ਦੇਖੋ, ਅਦਾਲਤਾਂ ਨੇ ਆਪਣੀ ਸਜ਼ਾ ਦਿੱਤੀ, ਇਹਨਾਂ ਨੇ ਆਪਣੀ ਸਜ਼ਾ ਭੁਗਤੀ। ਇਸ ਚੀਜ਼ ਦੀ ਨੂੰ ਲੈ ਕੇ ਸਾਨੂੰ ਤਸੱਲੀ ਹੋਣੀ ਚਾਹੀਦੀ ਹੈ। ਨਿਆਂ ਵਿਵਸਥਾ ਦੇ ਵਿੱਚ ਭਰੋਸਾ ਹੋਣਾ ਚਾਹੀਦਾ ਹੈ ਕਿ ਕੋਈ ਸ਼ਖਸ ਕਿੱਡਾ ਵੀ ਵੱਡਾ, ਕੋਈ ਕਿੰਨਾ ਵੀ ਹਰਮਨ ਪਿਆਰਾ ਕਿਉਂ ਨਾ ਹੋਵੇ, ਨਵਜੋਤ ਸਿੰਘ ਸਿੱਧੂ ਦੀ ਪਪੂਲੈਰਿਟੀ ਨੋ ਡਾਊਟ ਬਹੁਤ ਜ਼ਿਆਦਾ ਰਹੀ ਹੈ ਤੇ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ। ਲੇਕਿਨ ਕਾਨੂੰਨ ਹੈ ਤੇ ਉਹਨਾਂ ਨੂੰ ਸਜ਼ਾ ਮਿਲੀ ਹੈ। ਹਾਲਾਂਕਿ ਆਪਾਂ ਇਹ ਵੀ ਕਹਿ ਸਕਦੇ ਕਿ ਇੰਨੇ ਸਾਲ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਕਿਉਂਕਿ ਉਸੇ ਸਿਸਟਮ ਦੇ ਉਹ ਬੈਨੀਫੀਸ਼ੀਅਰੀ ਸੀ, ਤੇ ਅੱਜ ਉਸ ਸਿਸਟਮ ਦੇ ਬੈਨੀਫੀਸ਼ੀਅਰੀ ਨਹੀਂ ਹੈਗੇ ਨੇ, ਤਾਂ ਫਿਰ 1-1, 2-2 ਦਿਨ ਵੀ ਜੇ ਤੁਹਾਡੀ ਰਿਹਾਈ ਡਿਲੇ ਹੋ ਰਹੀ ਹੈ ਤਾਂ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ। ਉਹਦੇ ਵਿੱਚ ਬੜੀਆਂ ਵੱਡੀਆਂ ਗੱਲਾਂ ਬਾਤਾਂ ਦਿਸਦੀਆਂ ਨੇ। ਕਾਂਗਰਸ ਦੇ ਜਿਹੜੇ ਵਰਕਿੰਗ ਸਾਬਕਾ ਪ੍ਰਧਾਨ ਹੈਗੇ ਨੇ, ਬੈਠ ਕੇ ਪ੍ਰੈਸ ਕਾਨਫਰੰਸਾਂ ਕਰਦੇ ਨੇ। ਇਹ ਮੈਨੂੰ ਪ੍ਰਪੋਸਟਰਸ, ਐਬਸਰਡ ਲੱਗਦਾ ਹੈਗਾ। ਤੁਸੀਂ ਛੁੱਟ ਜਾਣਾ ਹੈਗਾ, ਤੁਸੀਂ ਸ਼ੁਕਰ ਮਨਾਓ ਕਿ ਤੁਸੀਂ ਬਹੁਤ ਘੱਟ ਸਮਾਂ ਜੇਲ੍ਹ ਦੇ ਵਿੱਚ ਕੱਟ ਕੇ ਛੁੱਟ ਰਹੇ ਹੋ, ਨਹੀਂ ਤਾਂ ਇਸ ਕੇਸ ਦੇ ਵਿੱਚ ਸਜ਼ਾਵਾਂ ਜ਼ਿਆਦਾ ਬਣਦੀਆਂ ਸੀ। ਜਿਸ ਤਰੀਕੇ ਦਾ ਕੇਸ ਸੀ, ਇਹਦੀ ਪੂਰੀ ਰੂਪਰੇਖਾ ਮੈਂ ਪੜ੍ਹੀ ਹੈ, ਕਿਸ ਤਰੀਕੇ ਨਾਲ ਇਸ ਕੇਸ ਦੇ ਵਿੱਚ ਐਵੀਡੈਂਸ ਨੂੰ ਖੁਰਦ-ਬੁਰਦ ਕੀਤਾ ਗਿਆ, ਉਹ ਚੀਜ਼ਾਂ ਉੱਤੇ ਤੇ ਅਦਾਲਤਾਂ ਆਈਆਂ ਨਹੀਂ ਤਾਂ ਇਹ ਮਾਮਲਾ ਬਹੁਤ ਵੱਡਾ ਹੋਣਾ ਸੀ। ਅਜੇ ਕਈ ਹੋਰ ਸਾਲ ਜੇਲ੍ਹ ਵਿੱਚ ਰਹਿਣਾ ਪੈਣਾ ਸੀ। ਲੇਕਿਨ ਇਹਨੂੰ
ਨਵਜੋਤ ਸਿੰਘ ਸਿੱਧੂ ਲਈ ਰਾਹਤ ਮੰਨਾਂਗੇ ਕਿ ਬਹੁਤ ਛੇਤੀ ਆ ਰਹੇ ਨੇ। ਸੋ ਸਬਰ ਦਾ ਫਲ ਮਿੱਠਾ ਹੁੰਦਾ ਤੇ ਸਬਰ ਥੋੜਾ ਬਹੁਤ ਕਰ ਲੈਣ ਕੋਈ ਵੱਡੀ ਗੱਲ ਨਹੀਂ ਹੈ। ਬਾਕੀ ਕਾਂਗਰਸ ਦੇ ਪ੍ਰੋਗਰਾਮ, ਹਾਈਕਮਾਨ ਦੇ ਪ੍ਰੋਗਰਾਮ ਤਾਂ ਹੁੰਦੇ ਹੀ ਰਹਿਣੇ ਨੇ, ਹੋਰ ਵੀ ਹੋਣਗੇ ਅੱਗੇ। ਜੀ, ਤੇ ਇਸ ਪ੍ਰੈਸ ਕਾਨਫਰੰਸ ਇੱਕ ਇੰਟਰਸਟਿੰਗ ਗੱਲ ਇਹ ਆਈ ਹੈ, ਸ਼ਮਸ਼ੇਰ ਸਿੰਘ ਦੁੱਲੋ ਜਾਂ ਉਹਨਾਂ ਨਾਲ ਜਿਹੜੇ ਸਾਰੇ ਕਾਂਗਰਸਮੈਨ ਬੈਠੇ ਸੀ, ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ ਪੰਜਾਬ ਦੇ, ਉਹਨਾਂ ਨੇ ਕਿਹਾ ਵੀ ਰਾਜਾ ਵੜਿੰਗ ਨੂੰ ਮੌਜੂਦਾ ਪ੍ਰਧਾਨ ਨੂੰ ਵੀ ਉਹਨਾਂ ਨਾਲ ਇਕੱਠੇ ਹੋ ਕੇ ਗੱਲ ਕਹਿਣੀ ਚਾਹੀਦੀ ਸੀ, ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਣਾ ਚਾਹੀਦਾ ਸੀਗਾ। ਹਾਲਾਂਕਿ ਰਾਜਾ ਵੜਿੰਗ ਨੇ ਉਲਟੀ ਗੱਲ ਕੀਤੀ ਹੈ, ਉਹਨਾਂ ਨੇ ਕਿਹਾ, ਉਹਨਾਂ ਨੇ ਦੂਜੇ ਪਾਸੇ ਇਹ ਗੱਲ ਕੀਤੀ ਹੈ ਵੀ ਇਹ ਕੋਈ ਸਟੇਟ ਲੈਵਲ ਕਾਂਗਰਸ ਦੀ ਲੀਡਰਸ਼ਿਪ ਦਾ ਪ੍ਰੋਗਰਾਮ ਨਹੀਂ ਹੈਗਾ ਜੋ ਪਟਿਆਲੇ 'ਚ ਪ੍ਰੈਸ ਕਾਨਫਰੰਸ ਹੋ ਰਹੀ ਹੈਗੀ ਹੈ, ਇਹ ਤਾਂ ਆਪਦੀ ਮਰਜ਼ੀ ਨਾਲ ਜਿਹੜੇ ਲੀਡਰ ਆਏ ਨੇ ਉਹੀ ਆਏ ਨੇ। ਤਾਂ ਉਹਨਾਂ ਨੇ ਉਹ ਵੀ ਕਿਹਾ ਵੀ ਕਿਤੇ ਈਗੋ, ਜੈਲਸੀ ਦੀ ਭਾਵਨਾ ਵੀ ਹੈਗੀ ਹੈ ਮੌਜੂਦਾ ਜਿਹੜੀ ਲੀਡਰਸ਼ਿਪ ਕਾਂਗਰਸ ਦੀ ਪੰਜਾਬ ਦੀ ਹੈਗੀ ਹੈ। ਸ਼ਮਸ਼ੇਰ ਸਿੰਘ ਦੁੱਲੋ ਜਾਂ ਉਹਨਾਂ ਦੇ ਨਾਲ ਜਿਹੜੇ ਬੈਠੇ ਸੀ ਸਾਰੇ ਜਿਹੜੇ ਐਮਐਲਏ ਸਾਬਕਾ ਨੇ, ਉਹਨਾਂ ਦੇ ਵੀ ਇਹੀ ਥਾਟ ਸੀਗੇ। ਇਹ ਬਿਲਕੁਲ ਹੋ ਸਕਦੀ ਹੈ, ਜੈਲਸੀ ਦੀ ਭਾਵਨਾ ਕਾਂਗਰਸ ਦੇ ਲੀਡਰਾਂ ਰਾਜੇ ਵੜਿੰਗ ਦੇ ਮਨਾਂ ਦੇ ਵਿੱਚ ਹੋ ਸਕਦੀ ਹੈ, ਲੇਕਿਨ ਕੀ ਇਹ ਭਾਵਨਾ ਨਵਜੋਤ ਸਿੰਘ ਸਿੱਧੂ ਦੇ ਮਨ ਵਿੱਚ ਉਸ ਵਕਤ ਨਹੀਂ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ? ਕੀ ਉਹਨਾਂ ਦੇ ਮਨ ਦੇ ਵਿੱਚ ਜੈਲਸੀ ਉਸ ਵਕਤ ਨਹੀਂ ਸੀ ਜਦੋਂ ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਲਾਏ ਗਏ? ਤੇ ਕੀ ਇਹੀ ਸਥਿਤੀ ਉਸ ਵਕਤ ਨਹੀਂ ਸੀ ਜਦੋਂ ਉਹਨਾਂ ਨੂੰ ਪ੍ਰਧਾਨ ਹਟਾ ਕੇ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਤਾ ਗਿਆ ਸੀ? ਤੇ ਉਸ ਵਕਤ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਆਪਣੇ ਕੰਡਕਟ ਦੀ ਗੱਲ ਕਰੋ। ਬਿਹਤਰ ਹੁੰਦਾ ਸ਼ਮਸ਼ੇਰ ਸਿੰਘ ਦੁੱਲੋ, ਮਹਿੰਦਰ ਸਿੰਘ KP, ਅਸ਼ਵਨੀ ਸੇਖੜੀ ਵਰਗੇ ਲੀਡਰ ਉਹਨਾਂ ਸਮਿਆਂ ਦੀ ਵੀ ਗੱਲ ਕਰਦੇ, ਕਿਉਂਕਿ ਇਹ ਤਾਂ ਕਲਚਰ ਹੈ ਕਾਂਗਰਸ ਦੇ ਵਿੱਚ, ਇੱਕ ਦੂਸਰੇ ਦੀ ਲੱਤਾਂ ਖਿੱਚਣ ਦਾ ਕਲਚਰ ਸ਼ੁਰੂ ਤੋਂ ਰਿਹਾ ਤੇ ਉਹੀ ਚੀਜ਼ ਆਪਾਂ ਵੇਖ ਰਹੇ ਹਾਂ। ਇਹਦੇ ਵਿੱਚ ਤਾਂ ਮੈਂ ਤਾਂ ਕਹਿੰਦਾ ਕਿ ਕੋਈ ਦੋਰਾਵਾ ਹੈ ਹੀ ਨਹੀਂ। ਅੱਜ ਰਾਜੇ ਵੜਿੰਗ ਕਿਉਂ ਨਹੀਂ ਔਖੇ ਹੋਣਗੇ? ਕਿਉਂਕਿ ਜਦੋਂ ਰਾਜੇ ਵੜਿੰਗ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਸੀ ਤਾਂ ਨਵਜੋਤ ਸਿੰਘ ਸਿੱਧੂ ਬੇਸ਼ੱਕ ਉੱਥੇ ਆਏ ਸੀ, ਉਸ ਮੌਕੇ ਤੇ ਸਮਾਗਮ ਦੇ ਵਿੱਚ ਪਹੁੰਚੇ, ਲੇਕਿਨ ਉਹਨਾਂ ਦੇ ਚਿਹਰੇ ਦੇ ਜਿਹੜੇ ਐਕਸਪ੍ਰੈਸ਼ਨ ਦੱਸ ਰਹੇ ਸੀ ਉਹ ਖੁਸ਼ ਨਹੀਂ ਹੈਗੇ ਨੇ ਜਾਂ ਨਹੀਂ ਸਨ ਉਸ ਵਕਤ। ਸੋ ਇਹ ਚੀਜ਼ਾਂ ਤਾਂ ਦਿਸਦੀਆਂ ਨੇ। ਇਕੱਲੇ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਇਹ ਐਕਸਪੈਕਟੇਸ਼ਨ ਹੋਣੀ ਚਾਹੀਦੀ ਹੈ ਵੀ ਉਹਨਾਂ ਦੀ ਜਦੋਂ ਵੀ ਕੋਈ ਤਾਜਪੋਸ਼ੀ ਹੋਵੇ ਜਾਂ ਉਹਨਾਂ ਲਈ ਕੋਈ ਵੀ ਵੱਡਾ ਮੌਕਾ ਹੋਵੇ ਤਾਂ ਸਾਰੇ ਲੀਡਰ ਉਹਨਾਂ ਦੇ ਮਗਰ ਖੜਨ, ਲੇਕਿਨ ਜਦੋਂ ਕੋਈ ਹੋਰ ਮੁੱਖ ਮੰਤਰੀ ਬਣ ਜਾਏ, ਕੋਈ ਹੋਰ ਕਾਂਗਰਸ ਦਾ ਪ੍ਰਧਾਨ ਬਣ ਜਾਏ, ਉਸ ਵਕਤ ਨਵਜੋਤ ਸਿੰਘ ਸਿੱਧੂ ਦਾ ਮੂੰਹ ਟੇਢਾ ਹੋਇਆ ਹੁੰਦਾ। ਇਹ ਮੈਨੂੰ ਤਾਂ ਆਪਣੇ ਆਪ ਦੇ ਵਿੱਚ ਬੜੀ ਅਜੀਬੋ-ਗਰੀਬ ਜਿਹੀ ਸਥਿਤੀ ਲੱਗਦੀ ਹੈ। ਤੇ ਇਹ ਲੀਡਰ ਵੀ ਜਿਹੜੇ ਸ਼ਮਸ਼ੇਰ ਸਿੰਘ ਦੁੱਲੋ ਸਾਹਿਬ, ਹਾਲਾਂਕਿ ਬੜੇ ਪੁਰਾਣੇ ਕਾਂਗਰਸੀ ਹੈਗੇ ਨੇ ਤੇ ਬੜਾ ਇਹਨਾਂ ਨੇ ਵੀ ਬਹੁਤ ਲੰਮਾ ਦੌਰ ਦੇਖਿਆ ਹੈ। ਮਹਿੰਦਰ ਸਿੰਘ KP ਵੀ, ਹਾਲਾਂਕਿ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ, ਲੇਕਿਨ ਉਸ ਤੋਂ ਬਾਅਦ ਉਹ ਪਾਰਟੀ ਛੱਡ ਵੀ ਗਏ ਸੀ ਇੱਕ ਤਰੀਕੇ ਨਾਲ, ਲੇਕਿਨ ਫਿਰ ਉਹਨਾਂ ਨੂੰ ਮਨਾ ਲਿਆ ਗਿਆ। ਲੇਕਿਨ ਇਹ ਸਾਰੇ ਉਹ ਲੀਡਰ ਨੇ ਜੋ ਕਿ ਸਮੇਂ-ਸਮੇਂ ਉੱਤੇ ਆਪਣੀ ਹੀ ਹਾਈ ਕਮਾਨ ਨੂੰ ਚੁਣੌਤੀਆਂ ਦਿੰਦੇ ਆ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਰਾਜੇ ਵੜਿੰਗ ਤੱਕ, ਸ਼ਮਸ਼ੇਰ ਸਿੰਘ ਦੁੱਲੋ ਜੇ ਅੱਜ ਰਾਜੇ ਵੜਿੰਗ ਦੇ ਖਿਲਾਫ ਹੋਇਆ ਕੁਛ ਅਜਿਹੀ ਗੱਲ ਕਰ ਰਹੇ ਨੇ ਉਹਨਾਂ ਦੇ ਮੁਤਲਕ, ਤਾਂ ਇਹਨਾਂ ਦਾ ਤਾਂ ਪੂਰਾ ਦਾ ਪੂਰਾ ਬੈਕਗਰਾਉਂਡ ਦੇ ਵਿੱਚ ਬਹੁਤ ਅਜਿਹੇ ਇਹਨਾਂ ਦੇ ਆਪਣੇ ਪ੍ਰਧਾਨ ਰਹੇ ਨੇ, ਆਪਣੇ ਚੀਫ ਮਿਨਿਸਟਰ ਰਹੇ ਨੇ ਜਿਨ੍ਹਾਂ ਦੇ ਖਿਲਾਫ ਇਹ ਗੱਲਾਂ ਹੋਈਆਂ ਨੇ। ਹਾਂ, ਬਾਕੀ ਗੱਲ ਰਹਿ ਜਾਂਦੀ ਹੈ ਵੀ ਕੀ ਸਹੀ ਹੈ ਕੀ ਗਲਤ ਹੈ। ਪਾਰਟੀਆਂ ਦੇ ਵਿੱਚ ਹਮੇਸ਼ਾ ਹਰ ਟਾਈਮ ਸਭ ਕੁਝ ਸਹੀ ਨਹੀਂ ਹੋ ਰਿਹਾ ਹੁੰਦਾ ਤੇ ਉਹ ਸਾਰੀਆਂ ਚੀਜ਼ਾਂ ਨੂੰ ਯੂ ਹੈਵ ਟੂ ਟੇਕ ਇਟ ਇਨ ਦਾ ਫੋਲਡ ਤੇ ਤੁਰਨਾ ਪੈਂਦਾ ਹੈ। ਇਹ ਸਾਰੀਆਂ ਚੀਜ਼ਾਂ ਮੌਕੇ ਦੇ ਹਿਸਾਬ ਨਾਲ, ਰਾਜਨੀਤਿਕ ਜਿਹੜੀ ਨਜ਼ਾਕਤ ਜਿਸ ਨੂੰ ਕਿਹਾ ਜਾਂਦਾ ਹੈ, ਉਸ ਦੇ ਹਿਸਾਬ ਨਾਲ ਵੀ ਚੱਲਦੀਆਂ ਨੇ। ਸੋ ਹਰ ਚੀਜ਼ ਇਹ ਨਹੀਂ ਹੋ ਸਕਦਾ ਵੀ ਤੁਸੀਂ ਇਖਲਾਕ ਦਾ, ਤੁਸੀਂ ਆਪਣੇ ਵੈਲਿਊਜ਼ ਦਾ, ਆਪਣੇ ਮੋਰਲਸ ਦਾ ਝੰਡਾ ਹਮੇਸ਼ਾ ਚੁੱਕ ਕੇ ਪਾਰਟੀ ਦੇ ਵਿੱਚ ਤੁਰਦੇ ਰਹੋ। ਪਾਰਟੀ ਪੋਲਿਟਿਕਸ ਤੇ ਜਦੋਂ ਸਰਕਾਰਾਂ ਬਣਦੀਆਂ ਨੇ ਤਾਂ ਬਹੁਤ ਕੰਪਰੋਮਾਈਜ਼ ਕਰਨੇ ਪੈਂਦੇ ਨੇ। ਆਪਣੇ ਵਿਅਕਤੀਗਤ ਅਸੂਲਾਂ ਨੂੰ ਕਿਤੇ ਨਾ ਕਿਤੇ ਸਾਈਡ ਤੇ ਰੱਖ ਕੇ ਗੱਲਬਾਤ ਸੰਗਠਨ ਦੀ ਕਰਨੀ ਪੈਂਦੀ ਹੈ। ਤੇ ਜੇ ਪੈਮਾਨੇ ਵੱਖਰੇ ਹੋਣ, ਯਾਨੀ ਕਿ ਜਦੋਂ ਤੁਸੀਂ ਆਪਣੀ ਗੱਲ ਕਰੋ ਤਾਂ ਤੁਸੀਂ ਆਈ ਮੀ ਐਂਡ ਮਾਈ ਸੈਲਫ ਤੋਂ ਇਲਾਵਾ ਕੁਝ ਸੋਚੋ ਹੀ ਨਾ, ਤੇ ਜਦੋਂ ਹੋਰਾਂ ਦੀ ਗੱਲ ਹੋਣੀ ਹੋਵੇ ਤਾਂ ਤੁਹਾਡਾ ਇਖਲਾਕ ਜਾਗ ਜਾਏ। ਸੋ ਇਹ ਮੈਨੂੰ ਲੱਗਦਾ ਵੀ ਇੱਕ ਡਬਲ ਸਟੈਂਡਰਡ ਜੀ ਗੱਲਾਂ ਬਾਤਾਂ ਹੈਗੀਆਂ ਨੇ। ਸੋ ਠੀਕ ਹੈ, ਇਹ ਲੀਡਰਾਂ ਦੀ ਨੇੜਤਾ ਹੈਗੀ ਹੈ, ਕਿਉਂਕਿ ਮੈਨੂੰ ਇਸ ਵੱਡੀ ਗੱਲਬਾਤ ਚੋਂ ਜਿਹੜਾ ਰੁਝਾਨ ਦਿਸ ਰਿਹਾ ਹੈ, ਨਿਕਲਦਾ ਹੋਇਆ, ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਂਗਰਸ ਦੇ ਕਈ ਅਜਿਹੇ ਲੀਡਰ ਨੇ ਤੇ ਇਹ ਉਹ ਡਿਸਗਰੰਟਡ ਲੀਡਰਸ਼ਿਪ ਹੈ। ਹੁਣ ਵੇਖਦੇ ਹਾਂ ਵੀ ਕਾਂਗਰਸ ਦੇ ਵਿੱਚ ਅੰਦਰ ਖਾਤੇ ਕੀ ਕਲੇਸ਼ ਛਿੜਦਾ ਹੈ ਜਦੋਂ ਨਵਜੋਤ ਸਿੰਘ ਬਾਹਰ ਆਉਂਦੇ ਨੇ, ਉਹ ਆਪਣੇ ਆਪ ਨੂੰ ਕਿਵੇਂ ਕੰਡਕਟ ਕਰਦੇ ਨੇ, ਕਾਂਗਰਸ ਦੀ ਹਾਈ ਕਮਾਨ ਉਹਨਾਂ ਨੂੰ ਭੂਮਿਕਾ ਕੀ ਦਿੰਦੀ ਹੈ, ਉਹਨਾਂ ਤੋਂ ਕੰਮ ਕੀ ਲੈਂਦੀ ਹੈ, ਉਹ ਕਾਂਗਰਸ ਹਾਈ ਕਮਾਨ ਨੂੰ ਕੰਮ ਦੇ ਕੀ ਸਕਦੇ ਨੇ, ਰਾਜਾ ਵੜਿੰਗ ਦੇ ਨਾਲ ਰਲ ਕੇ ਉਹ ਕੰਮ ਕਰ ਸਕਦੇ ਨੇ, ਰਾਜਾ ਵੜਿੰਗ ਉਹਨਾਂ ਨੂੰ ਸਹਾਰਦੇ ਨੇ। ਇਹ ਸਾਰੇ ਕੁਐਸਚਨਸ ਹੁਣ ਖੜੇ ਹੋ ਗਏ ਨੇ। ਕਾਂਗਰਸ ਦੀ ਜਿਹੜੀ ਖਿੱਚੋਤਾਣ ਹੈ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਅਹੁਦੇ ਤੋਂ, ਮੁੱਖ ਮੰਤਰੀ ਦੀ ਗੱਦੀ ਤੋਂ ਜਾਂ ਉਹਨਾਂ ਦੀ ਕੁਰਸੀ ਤੋਂ ਲੱਥਣ ਤੋਂ ਬਾਅਦ ਜਾਂ ਹਟਣ ਤੋਂ ਬਾਅਦ ਉਹ ਲਗਾਤਾਰ ਜਾਰੀ ਹੈ। ਤੇ ਇਹਦਾ ਇਸ਼ਾਰਾ ਹੁਣ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਬਾਹਰ ਆ ਰਹੇ ਨੇ ਜੇਲ੍ਹ ਤੋਂ। ਯੂ ਸ਼ੁੱਡ ਲੁੱਕ ਫਾਰਵਰਡ ਟੂ ਮਚ ਮੋਰ ਐਕਸ਼ਨ। ਹਜੇ ਹੋਰ ਫਾਇਰਵਰਕਸ ਕਾਂਗਰਸ ਦੀ ਇੰਟਰਨਲ ਪੋਲਿਟਿਕਸ ਦੇ ਵਿੱਚ ਦੇਖਣੇ ਲੋਕਾਂ ਲਈ ਬਾਕੀ ਨੇ। ਜੀ ਜੀ, ਪੰਜਾਬ ਕਾਂਗਰਸ ਦੇ ਅੰਦਰ ਫਾਇਰਵਰਕਸ ਹੋਣਗੇ ਕਿ ਤੇ ਬਾਕੀ ਜਿਹੜੀ ਪਾਰਟੀਆਂ ਜਾਂ ਸਰਕਾਰ ਵਾਸਤੇ, ਉਹਨਾਂ ਦੇ ਵਾਸਤੇ ਕੀ ਇੰਪੈਕਟ ਹੋਊਗਾ ਜਦੋਂ ਨਵਜੋਤ ਸਿੰਘ ਸਿੱਧੂ ਬਾਹਰ ਆਉਂਦੇ ਨੇ, ਤੁਹਾਨੂੰ ਲੱਗਦਾ? ਕਿਉਂਕਿ ਤੁਸੀਂ ਜਿਵੇਂ ਕਿਹਾ ਪੋਪੂਲਰ ਨੇ, ਉਹਨਾਂ ਦੀ ਕੋਈ ਵੀ ਕਹੀ ਗੱਲ ਨੂੰ ਅਟੈਂਸ਼ਨ ਬਹੁਤ ਮਿਲਦੀ ਹੈ, ਮੀਡੀਆ ਵੱਲੋਂ ਵੀ ਵੈਸੇ ਵੀ ਤਰਜੀਹ ਦਿੱਤੀ ਜਾਂਦੀ ਹੈ। ਤੁਹਾਨੂੰ ਲੱਗਦਾ ਕਿਸ ਤਰ੍ਹਾਂ ਦਾ ਚੇਂਜਸ ਹੋ ਸਕਦੇ ਨੇ ਜਾਂ ਇੰਪੈਕਟ ਪੈ ਸਕਦਾ? ਦੇਖੋ ਸ਼ੁਭਕਰਮਨ, ਪੰਜਾਬ ਦੀ ਰਾਜਨੀਤੀ ਦਾ ਤੇ ਪੰਜਾਬ ਦੇ ਸਿਆਸਤਦਾਨਾਂ ਦਾ ਦੁਖਾਂਤ ਹੈ ਕਿ ਕ੍ਰਿਮੀਨਲ ਕੇਸਾਂ ਦੇ ਵਿੱਚ, ਫੌਜਦਾਰੀ ਦੇ ਮੁਕੱਦਮਿਆਂ ਦੇ ਵਿੱਚ
ਕਰਪਸ਼ਨ ਦੇ ਕੇਸਿਸ ਦੇ ਵਿੱਚ ਜਾਂ ਕਿਸੇ ਵੀ ਹੋਰ ਕਿਸਮ ਦੇ ਕੇਸਾਂ ਦੇ ਵਿੱਚ ਜਦੋਂ ਜੇਲ੍ਹਾਂ ਭੁਗਤ ਕੇ ਸਾਡੇ ਲੀਡਰ ਆਉਂਦੇ ਨੇ, ਕੋਈ ਸਮਾਂ ਹੁੰਦਾ ਸੀ ਜਦੋਂ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਗਈ ਜਾਂ ਐਮਰਜੈਂਸੀ ਦੇ ਖਿਲਾਫ ਲੜਾਈ ਲੜੀ ਗਈ ਜਾਂ ਜਦੋਂ ਵਧੀਕੀ ਕਿਸੇ ਨਾਲ ਹੋ ਰਹੀ ਸੀ ਉਹ ਲੜਾਈਆਂ ਲੜੀਆਂ ਗਈਆਂ ਤੇ ਪੋਲੀਟੀਸ਼ੀਅਨ ਜੇਲ੍ਹਾਂ ਵਿੱਚ ਗਏ। ਲੇਕਿਨ ਅੱਜ ਦਾ ਜਿਹੜਾ ਸਾਡਾ ਮਾਡਰਨ ਡੇ ਪੋਲੀਟੀਸ਼ੀਅਨ ਹੈ, ਇਨਕਲੂਡਿੰਗ ਲਾਈਕਸ ਆਫ ਬਾਦਲਸ ਐਂਡ ਆ ਜਿਹੜੇ ਨਵਜੋਤ ਸਿੰਘ ਸਿੱਧੂ ਵਰਗੇ, ਇਹ ਜਦੋਂ ਜੇਲ੍ਹਾਂ ਦੇ ਵਿੱਚ ਹੁਣ ਆ ਰਹੇ ਨੇ, ਇਹ ਇੰਜ ਬਿਹੇਵ ਕਰ ਰਹੇ ਨੇ ਜਿਵੇਂ ਕਿ ਗੰਗਾ ਨਹਾ ਕੇ ਆ ਰਹੇ ਹੋਣ, ਯਾਨੀ ਕਿ ਸਾਡੇ ਇਹਨਾਂ ਦੇ ਸਾਰੇ ਪਾਪ ਜੇਲ੍ਹਾਂ ਦੇ ਵਿੱਚ ਧੁਲ ਗਏ ਹੈਗੇ ਨੇ ਤੇ ਹੁਣੇ ਨਵੇਂ ਨਿਖਰ ਕੇ ਬਾਹਰ ਆ ਰਹੇ ਨੇ। ਸੋ ਇਸ ਤਰੀਕੇ ਦੀ ਆਪਣੀ ਪ੍ਰੋਜੈਕਸ਼ਨ ਹੈ। ਮੈਨੂੰ ਲੱਗਦਾ ਇਹ ਵੀ ਬੜੀ ਵੱਡੀ ਦੇਖੋ ਸਿਆਸਤਦਾਨਾਂ ਦੀ ਜਿਹੜੀ ਮੋਟੀ ਚਮੜੀ, ਥਿਕ ਸਕਿਨਡ ਇਹ ਲੋਕ ਹੁੰਦੇ ਨੇ। ਸੋ ਇਹ ਉਸੀ ਮੋਟੀ ਚਮੜੀ ਦਾ ਇੱਕ ਉਦਾਹਰਣ ਹੁੰਦਾ ਕਿ ਤੁਸੀਂ ਭਾਵੇਂ ਕ੍ਰਿਮੀਨਲ ਕੇਸਿਸ ਦੇ ਵਿੱਚ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਜੇਲ੍ਹ 'ਚ ਗਏ, ਉਹ ਵੀ ਪਟਿਆਲੇ ਦੀ ਜੇਲ੍ਹ ਤੋਂ ਜਦੋਂ ਉਹਨਾਂ ਨੂੰ ਬੇਲ ਮਿਲਦੀ ਹੈ, ਤਕਰੀਬਨ ਮੈਨੂੰ ਲੱਗਦਾ 8-10 ਦਿਨ ਸ਼ਾਇਦ ਉਹ ਰਹੇ ਸੀ, 11-12 ਦਿਨ ਵੀ ਰਹੇ ਹੋ ਸਕਦੇ ਨੇ। ਸੋ ਉਸ ਵਕਤ ਐਡਾ ਵੱਡਾ ਇੱਕ ਪ੍ਰੋਸੈਸ਼ਨ ਕੱਢਿਆ ਗਿਆ। ਵਿਕਰਮ ਮਜੀਠੀਆ ਡਰੱਗਸ ਦੇ ਕੇਸ ਦੇ ਵਿੱਚੋਂ ਵਾਪਸ ਆਏ ਨੇ। ਤੁਸੀਂ ਦੇਖੋ ਕਿੱਡਾ ਵੱਡਾ ਲਾਮ ਲਸ਼ਕਰ ਲੈ ਕੇ ਪੂਰੇ ਪੰਜਾਬ ਦਾ ਯਾਤਰਾ ਉਹਨਾਂ ਨੇ ਦੇ ਛੱਡੀ ਤੇ ਕਿਵੇਂ ਲੋਕਾਂ ਨੇ ਭਰਮਾ ਸਵਾਗਤ ਕੀਤਾ, ਜਿਵੇਂ ਪਤਾ ਨਹੀਂ ਕਿੱਡੀ ਵੱਡੀ ਜੰਗ ਜਿੱਤ ਕੇ ਆ ਰਹੇ ਹੋ। ਹੁਣ ਨਵਜੋਤ ਸਿੰਘ ਸਿੱਧੂ ਇੱਕ ਰੋਡ ਰੇਜ ਦੇ ਮਾਮਲੇ ਦੇ ਵਿੱਚ ਸਜ਼ਾ ਭੁਗਤ ਕੇ ਆ ਰਹੇ ਨੇ, ਉਹ ਵੀ ਬਹੁਤ ਘੱਟ ਸਜ਼ਾ ਭੁਗਤ ਕੇ ਆ ਰਹੇ ਨੇ। ਲੇਕਿਨ ਹੁਣ ਉਹਨਾਂ ਦਾ ਵੀ ਸਵਾਗਤ ਲਈ ਦੁੱਲੋ ਸਾਹਿਬ ਕੱਲ ਕਹਿ ਰਹੇ ਸੀ ਜੀ ਲੱਖਾਂ ਬੰਦਾ ਇਕੱਠਾ ਹੋਇਆ ਸੀ। ਸੋ ਇਹ ਦੁਕਾਨ ਦੀ ਸਾਡੀ ਸਟੇਟ ਦਾ ਵੀ ਕ੍ਰਿਮੀਨਲ ਕੇਸਿਸ ਦੇ ਵਿੱਚ ਜਿਹੜੇ ਪੋਲੀਟੀਸ਼ੀਅਨਸ ਜੇਲ੍ਹਾਂ ਕੱਟ ਕੇ ਆ ਰਹੇ ਨੇ, ਹਨਾ, ਬੇਲਾਂ ਉੱਤੇ ਵਾਪਸ ਆ ਰਹੇ ਨੇ, ਡਰੱਗਸ ਦੇ ਕੇਸਾਂ ਦੇ ਵਿੱਚ ਬਾਹਰ ਆ ਰਹੇ ਨੇ, ਉਹਨਾਂ ਨੂੰ ਲੱਗ ਰਿਹਾ ਵੀ ਨਹੀਂ ਗੰਗਾ ਨਹਾਇਆ ਸੀ ਤਾਂ ਸਾਡੇ ਤਾਂ ਸਾਰੇ ਪਾਪ ਅਸੀਂ ਜੇਲ੍ਹਾਂ ਦੇ ਵਿੱਚ ਹੀ ਛੱਡਿਆ। ਸੋ ਇਹ ਸਾਡਾ ਦੁਕਾਨ ਦੀ ਹੈ। ਬਾਕੀ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਬਹੁਤ ਵੱਡਾ ਇੰਪੈਕਟ ਪੰਜਾਬ ਦੀ ਰਾਜਨੀਤੀ ਤੇ ਹੋਣਾ, ਕਿਉਂਕਿ ਲੋਕਾਂ ਦੀ ਵੀ ਮੈਮਰੀ ਉਵੇਂ ਹੀ ਸ਼ਾਰਟ ਹੈ। ਇਹ ਲੀਡਰ ਜਿਵੇਂ ਸੋਚਦੇ ਨੇ ਇਹ ਉਸੇ ਤਰੀਕੇ ਨਾਲ ਸੋਚਦੇ ਨੇ ਜਿਵੇਂ ਇਹਨਾਂ ਨੂੰ ਲੋਕਾਂ ਨੇ ਸੋਚਣ ਦੀ ਆਦਤ ਪਾਤੀ ਹੈ। ਲੋਕ ਭੁੱਲ ਜਾਂਦੇ ਨੇ ਛੇਤੀ ਉਹ ਗੱਲਾਂ ਬਾਤਾਂ, ਤਾਂ ਇਹਨਾਂ ਨੂੰ ਲੱਗਦਾ ਵੀ ਠੀਕ ਹੈ ਹੁਣ ਤਾਂ ਅਸੀਂ ਇੱਕ ਨਵੇਂ ਅਵਤਾਰ ਦੇ ਵਿੱਚ ਪੇਸ਼ ਹੋ ਰਿਹਾ, ਹੁਣ ਸਾਨੂੰ ਨਵੇਂ ਤਰੀਕੇ ਦੇ ਨਾਲ ਲੋਕ ਐਕਸੈਪਟ ਕਰਨਗੇ ਤੇ ਲੋਕ ਕਰਦੇ ਵੀ ਨੇ। ਸੋ ਯੂ ਵਿਲ ਹੈਵ ਟੂ ਸੀ ਕਿ ਕਿਉਂਕਿ ਲੋਕ ਨਮੋਸ਼ ਤਾਂ ਹੈ ਹੀ ਨੇ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਰਫਾਰਮੈਂਸ ਵੀ ਕੋਈ ਓਡੀ ਵਧੀਆ ਨਹੀਂ, ਲੋਕ ਉਹਨਾਂ ਤੋਂ ਵੀ ਖੁਸ਼ ਨਹੀਂ ਹੈਗੇ ਨੇ। ਅਕਾਲੀ ਦਲ ਪਹਿਲਾਂ ਤੋਂ ਹੀ ਇੱਕ ਡਿਸਗਰੰਟਲ ਤੇ ਬਿਲੀਗਰਡ ਪਾਰਟੀ ਸਾਬਤ ਹੋ ਰਿਹਾ ਹੈ। ਕਾਂਗਰਸ ਦਾ ਅੱਜ ਖੇਮਾ ਇਕੱਠਾ ਨਹੀਂ ਹੈ। ਸੋ ਨਵਜੋਤ ਸਿੰਘ ਸਿੱਧੂ ਇਸ ਪੂਰੇ ਦੇ ਪੂਰੇ, ਮੈਂ ਇਸ ਨੂੰ ਸਿਆਸੀ ਵੈਕਿਊਮ ਵੀ ਕਹਾਂਗਾ, ਉਹ ਸਿਆਸੀ ਵੈਕਿਊਮ ਦੇ ਵਿੱਚ ਨਵਜੋਤ ਸਿੰਘ ਸਿੱਧੂ, ਪਹਿਲਾਂ ਵੀ ਉਹਨਾਂ ਤੋਂ ਬਹੁਤ ਆਸਾਂ ਸੀ। ਉਹ ਬਹੁਤ ਵਾਰ ਉਹਨਾਂ ਨੇ ਐਂਟਰੀ ਮਾਰੀ ਹੈ, ਇੱਕ ਹੀਰੋ ਦੀ ਤਰ੍ਹਾਂ ਐਂਟਰੀ ਮਾਰਦੇ ਨੇ, ਜਿਵੇਂ ਪਠਾਨ ਫਿਲਮ ਦੇ ਵਿੱਚ ਸ਼ਾਇਦ ਸ਼ਾਹਰੁਖ ਖਾਨ ਨੇ, ਮੈਂ ਦੇਖੀ ਨਹੀਂ ਫਿਲਮ, ਮਾਰੀ ਹੋਏਗੀ, ਲੇਕਿਨ ਐਂਟਰੀ ਐਵੇਂ ਹੁੰਦੀ ਹੈ। ਲੇਕਿਨ ਫਿਰ ਐਗਜ਼ਿਟ ਉਸ ਤੋਂ ਵੀ ਮਾੜਾ ਹੁੰਦਾ ਹੈ, ਕਿਉਂਕਿ ਐਂਟਰੀ ਮਾਰਨ ਤੋਂ ਬਾਅਦ ਤੁਹਾਨੂੰ ਪਰਫਾਰਮੈਂਸ ਦੇਣੀ ਪੈਂਦੀ ਹੈ। ਉਹ ਪਰਫਾਰਮੈਂਸ ਦੇਣ ਦੇ ਪੱਖੋਂ ਨਵਜੋਤ ਸਿੰਘ ਸਿੱਧੂ ਨੇ ਬਹੁਤ ਵਾਰ ਫੇਲ ਕੀਤਾ ਹੈ। ਬਟ ਵੀ ਹੋਪ ਕਿ ਜੇ ਨਵਜੋਤ ਸਿੰਘ ਸਿੱਧੂ ਉਸ ਖਲਾ ਨੂੰ, ਉਸ ਵੈਕਿਊਮ ਨੂੰ ਭਰ ਸਕਣ ਜੋ ਪੰਜਾਬ ਕਾਂਗਰਸ ਤੇ ਪੰਜਾਬ ਦੀ ਇਵਨ ਪੋਲਿਟਿਕਸ ਦੇ ਵਿੱਚ ਹੈ, ਲਾਰਜਰ ਇਸ਼ੂ ਹੈ, ਪੰਜਾਬ ਦਾ ਲੀਡਰਸ਼ਿਪ ਦਾ ਕ੍ਰਾਈਸਿਸ ਹੈ। ਸੇ ਨਵਜੋਤ ਸਿੰਘ ਸਿੱਧੂ ਜੋ ਪੋਟੈਂਸ਼ੀਅਲ ਤਾਂ ਹੈ, ਲੇਕਿਨ ਹਜੇ ਤੱਕ ਉਹਨਾਂ ਨੂੰ ਜਿੰਨੇ ਮੌਕੇ ਮਿਲੇ ਨੇ, ਹੀ ਹੈਜ਼ ਟੈਰੀਬਲੀ ਫੇਲਡ ਹਿਜ਼ ਓਨ ਸੈਲਫ। ਮੈਂ ਇਹ ਨਹੀਂ ਕਹਾਂਗਾ ਉਹਨੇ ਪੰਜਾਬ ਦੇ ਲੋਕਾਂ ਨੂੰ, ਕਾਂਗਰਸ ਨੂੰ, ਕਿਸੇ ਹੋਰ ਜਮਾਤ ਨੂੰ ਫੇਲ ਕੀਤਾ ਹੈ। ਜੋ ਲੋਕਾਂ ਦੀ ਉਹਨਾਂ ਤੋਂ ਆਸਾਂ ਉਮੀਦਾਂ ਸੀ, ਹੈ ਤੇ ਰਹਿਣਗੀਆਂ, ਉਹ ਲਗਾਤਾਰ ਉਸੇ ਨੂੰ ਫੇਲ ਕਰਦੇ ਆ ਰਹੇ ਨੇ, ਆਪਣੇ ਬੜਬੋਲੇਪਨ ਕਾਰਨ, ਆਪਣੀ ਇੰਪੇਸ਼ੈਂਸ ਕਾਰਨ, ਆਪਣੇ ਗੁੱਸੇ ਕਾਰਨ। ਸੋ ਉਹਨਾਂ ਨੂੰ ਆਈ ਥਿੰਕ ਜੇਲ੍ਹ ਨੇ ਉਹਨਾਂ ਨੂੰ ਇੱਕ ਸਮਾਂ ਜ਼ਰੂਰ ਦਿੱਤਾ ਹੋਏਗਾ ਇਸ ਚੀਜ਼ ਲਈ ਸੋਚਣ ਦਾ, ਤੇ ਆਈ ਹੋਪ ਹੀ ਕਮਸ ਆਊਟ ਐਜ਼ ਅ ਸਲਾਈਟਲੀ ਮੋਰ polished and a mature politician। ਜੀ ਜੀ, ਤਾਂ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਰੇ ਮਸਲੇ ਤੇ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।